प्यारे विद्यार्थियों गुड मॉर्निंग। आओ ਅੱਜ ਅਸੀਂ ਇਨਕਮ ਮੈਥਡ ਜੋ ਹੈ ਨੈਸ਼ਨਲ ਇਨਕਮ ਨੂੰ ਕੈਲਕੂਲੇਟ ਕਰਨ ਦੇ ਲਈ ਕੁਝ ਉਸ ਦੇ ਸੰਬੰਧੀ ਜ਼ਰੂਰੀ ਨੁਕਤੇ ਜਾਣੀਏ ਤੇ ਫਿਰ ਹੀ ਅਸੀਂ ਨਿਊਮੈਰੀਕਲ ਪ੍ਰੋਬਲਮਸ ਜਿਹੜੀਆਂ ਉਹਨਾਂ ਨੂੰ ਹੱਲ ਕਰ ਸਕਦੇ ਹਾਂ। ਤਾਂ ਸਾਨੂੰ ਕਿਹੜੇ ਡੂ ਤੇ ਡੂ ਨਾਟ ਹੋਣੇ ਚਾਹੀਦੇ ਹਨ ਉਹਨਾਂ ਦੇ ਬਾਰੇ ਜਾਣਕਾਰੀ ਜਿੰਨਾ ਚਿਰ ਨਹੀਂ ਹੈ ਅਸੀਂ ਨਿਊਮੈਰੀਕਲ ਪ੍ਰੋਬਲਮਸ ਜਿਹੜੀਆਂ ਹਨ ਉਹਨਾਂ ਨੂੰ ਕਈ ਵਾਰੀ ਕਰਦੇ ਹੋਏ ਗਲਤੀ ਕਰ ਜਾਂਦੇ ਹਾਂ। ਤਾਂ ਆਓ ਜਾਣੀਏ ਕਿਹੜੇ ਉਹ ਨੁਕਤੇ ਹਨ ਜਿਹੜੇ ਨੈਸ਼ਨਲ ਇਨਕਮ ਨੂੰ ਕੈਲਕੂਲੇਟ ਕਰਨ ਲਈ ਇਨਕਮ ਮੈਥਡ ਰਾਹੀਂ ਅਸੀਂ ਕੰਸੀਡਰ ਕਰਨੇ ਆ ਤੇ ਕਿਹੜੇ ਕੰਸੀਡਰ ਨਹੀਂ ਕਰਨੇ। ਪਹਿਲਾ ਨੁਕਤਾ ਹੈ ਇੰਪਿਊਟਡ ਵੈਲਿਊ ਆਫ ਪ੍ਰੋਡਕਸ਼ਨ ਆਫ ਗੁੱਡਸ ਫॉर ਸੈਲਫ ਕੰਜ਼ੰਪਸ਼ਨ। ਕੁਛ ਕੁ ਵਸਤੂਆਂ ਉਹ ਹੋ ਸਕਦੀਆਂ ਜਿਨ੍ਹਾਂ ਦੇ ਵਿੱਚੋਂ ਪ੍ਰੋਡਿਊਸਰ ਜਿਹੜਾ ਹੈ ਪ੍ਰੋਡਿਊਸ ਤਾਂ ਕਰਦਾ, ਕੁਛ ਵੇਚ ਦਿੰਦਾ ਤੇ ਕੁਛ ਸੈਲਫ ਕੰਜ਼ੰਪਸ਼ਨ ਲਈ ਰੱਖ ਦਿੰਦਾ। ਜਿਸ ਤਰ੍ਹਾਂ ਕਿਸਾਨ 200 ਬੋਰੀ ਅਗਰ ਕਣਕ ਦੀ ਜਿਹੜੀ ਪੈਦਾ ਕਰਦਾ ਹੈ ਉਹਦੇ ਵਿੱਚੋਂ 190 ਬੋਰੀਆਂ ਜਿਹੜੀਆਂ ਉਹ ਵੇਚ ਦਿੰਦਾ ਆ ਤੇ 10 ਬੋਰੀਆਂ ਆਪਣੇ ਘਰ ਦੇ ਲਈ ਰੱਖ ਲੈਂਦਾ। ਉਹ 10 ਬੋਰੀਆਂ ਦੀ ਜਿਹੜੀ ਵੈਲਿਊ ਹੈਗੀ ਆ ਉਹ ਵੀ ਨੈਸ਼ਨਲ ਇਨਕਮ ਅਕਾਊਂਟਿੰਗ ਦੇ ਵਿੱਚ ਅਸੀਂ ਐਡ ਕਰਨੀ ਆ ਜਿਹੜੀ ਉਸਨੇ ਸੈਲਫ ਕੰਜ਼ੰਪਸ਼ਨ ਦੇ ਲਈ ਰੱਖੀ ਹੈਗੀ ਆ। ਵੈਲਿਊ ਆਫ ਸੈਲਫ ਕੰਜ਼ਿਊਮਡ ਸਰਵਿਸਿਜ਼ ਇਜ਼ ਨਾਟ ਇਨਕਲੂਡਡ। ਸੈਕੰਡ ਹੈ ਕਿ ਸੈਲਫ ਕੰਜ਼ਿਊਮਡ ਸਰਵਿਸਿਜ਼ ਜਿਹੜੀਆਂ ਹਨ ਕਿਉਂਕਿ ਸਰਵਿਸਿਜ਼ ਦਾ ਐਸਟੀਮੇਟ ਲਗਾਉਣਾ ਡਿਫੀਕਲਟ ਹੈ ਇਸ ਕਰਕੇ ਵੈਲਿਊ ਆਫ ਸੈਲਫ ਕੰਜ਼ਿਊਮਡ ਸਰਵਿਸਿਜ਼ ਜਿਹੜੀਆਂ ਹੈਗੀਆਂ ਉਹਨੂੰ ਨੈਸ਼ਨਲ ਇਨਕਮ ਅਕਾਊਂਟਿੰਗ ਦੇ ਵਿੱਚ ਇਨਕਮ ਮੈਥਡ ਦੇ ਵਿੱਚ ਨਹੀਂ ਅਸੀਂ ਐਡ ਕਰਾਂਗੇ। ਤੀਜਾ ਹੈ ਇਨਡਾਇਰੈਕਟ ਟੈਕਸ। ਇਨਡਾਇਰੈਕਟ ਟੈਕਸ ਦੇ ਵਿੱਚ GST ਹੋ ਸਕਦਾ, ਸੇਲ ਟੈਕਸ ਹੋ ਸਕਦਾ, ਵੈਟ ਹੋ ਸਕਦਾ, ਇਸ ਤਰ੍ਹਾਂ ਦੇ ਬਹੁਤ ਸਾਰੇ ਟੈਕਸ ਜਿਹੜੇ ਹੈਗੇ ਆ ਉਹ ਹੋ ਸਕਦੇ ਆ। ਇਹ ਸਿਰਫ ਤੇ ਸਿਰਫ ਵਸਤੂ ਦੀ ਕੀਮਤ ਨੂੰ ਮਾਰਕੀਟ ਪ੍ਰਾਈਸ ਨੂੰ ਵਧਾਉਣ ਦੇ ਲਈ ਹੀ ਲਗਾਏ ਜਾਂਦੇ ਹਨ ਤੇ ਗਵਰਨਮੈਂਟ ਦੀ ਆਮਦਨ ਦਾ ਸਾਧਨ ਹਨ। ਪਰ ਇਹ ਜਿਹੜੇ ਟੈਕਸ ਹਨ ਜੇ ਅਸੀਂ ਕੈਲਕੂਲੇਸ਼ਨ ਕਰਨੀ ਹੈ ਕਿ GDP ਐਟ ਮਾਰਕੀਟ ਪ੍ਰਾਈਸ ਤੇ ਫੀ ਐਡ ਕਰਨੇ, ਜੇ GDP ਐਟ ਫੈਕਟਰ ਕਾਸਟ ਆ ਤੇ ਫੀ ਇਹਨਾਂ ਨੂੰ ਐਡ ਨਹੀਂ ਕਰਨਾ। ਇਨਕਮ ਟੈਕਸ ਆਫ EMPLOYE। ਇਨਕਮ ਟੈਕਸ ਜਿਹੜਾ ਹੈਗਾ ਆ ਸੈਲਰੀ ਦੀ EMPLOYE ਦੇ ਵਿੱਚੋਂ ਹੀ ਦਿੱਤਾ ਜਾਂਦਾ। ਤਾਂ ਕੰਪਨਸੇਸ਼ਨ ਆਫ ਦਾ EMPLOYE ਜਿਹੜਾ ਹੈਗਾ ਇਟ ਇਜ਼ ਦਾ ਪਾਰਟ ਆਫ ਦੈਟ। ਤਾਂ ਜੇ ਉਸ ਦੇ ਵਿੱਚ ਤੁਹਾਨੂੰ ਇਨਕਮ ਟੈਕਸ ਦੇ ਬਾਰੇ ਦਿੱਤਾ ਗਿਆ ਹੈਗਾ ਆ ਤੇ ਇਸ ਨੂੰ ਅਸੀਂ ਨੈਸ਼ਨਲ ਜਿਹੜੀ ਹੈਗੀ ਇਨਕਮ ਅਕਾਊਂਟਿੰਗ ਦੇ ਵਿੱਚ ਐਡ ਨਹੀਂ ਕਰਨਾ ਕਿਉਂਕਿ ਇਟ ਇਜ਼ ਦ ਪਾਰਟ ਆਫ EMPLOYEਜ਼ ਸੈਲਰੀ। ਅੱਗੇ ਹੈਗਾ ਵੇਜਿਸ, ਸੈਲਰੀ ਐਂਡ ਸੋਸ਼ਲ ਸਿਕਿਉਰਿਟੀ ਕੰਟਰੀਬਿਊਸ਼ਨ all are part of compensation of EMPLOYE and cannot be added separately। ਅਗਰ wages, salary ਜਿਹੜਾ ਹੈਗਾ ਆ ਤੇ social security contribution by the EMPLOYE ਜੇ ਦਿੱਤਾ ਗਿਆ ਹੈਗਾ ਤੇ ਨਾਲ ਤੁਹਾਨੂੰ ਨਿਊਮੈਰੀਕਲ ਦੇ ਵਿੱਚ compensation of EMPLOYE ਦਿੱਤਾ ਗਿਆ ਆ ਤਾਂ ਦੋਨੇ ਇੱਕੋ ਹੀ ਚੀਜ਼ ਹਨ। ਉਹਨਾਂ ਦੇ ਵਿੱਚੋਂ ਸਿਰਫ ਤੇ ਸਿਰਫ compensation of EMPLOYE ਨੂੰ ਹੀ ਅਸੀਂ ਨੈਸ਼ਨਲ ਇਨਕਮ ਅਕਾਊਂਟਿੰਗ ਦੇ ਵਿੱਚ ਐਡ ਕਰਾਂਗੇ ਤੇ ਜੇ ਇਹ ਕੰਪਨਸੇਸ਼ਨ ਆਫ EMPLOYE ਨਹੀਂ ਦਿੱਤਾ ਗਿਆ ਤਾਂ ਫਿਰ ਵੇਜਿਸ, ਸੈਲਰੀ ਤੇ ਸੋਸ਼ਲ ਸਿਕਿਉਰਿਟੀ ਕੰਟਰੀਬਿਊਸ਼ਨ ਜਿਹੜਾ ਹੈਗਾ ਇਹ ਵੱਖਰੇ ਦਿੱਤੇ ਗਏ ਆ ਤਾਂ ਫਿਰ ਅਸੀਂ ਇਸ ਨੂੰ ਨੈਸ਼ਨਲ ਅਕਾਊਂਟਿੰਗ ਦੇ ਵਿੱਚ ਐਡ ਕਰਨਾ ਹੈਗਾ। ਤੇ ਜਿਹੜਾ ਕੰਟਰੀਬਿਊਸ਼ਨ ਬਾਈ ਦੀ EMPLOYER ਹੈਗਾ ਆ ਉਸ ਨੂੰ ਅਸੀਂ ਨੈਸ਼ਨਲ ਅਕਾਊਂਟਿੰਗ ਦੇ ਵਿੱਚ ਲੈਣਾ ਆ ਕਿਉਂਕਿ ਇਟ ਇਜ਼ ਗਿਵਨ ਬਾਈ ਦਾ EMPLOYER to the EMPLOYE। ਨੈਕਸਟ ਹੈਗਾ ਟ੍ਰਾਂਸਫਰ ਅਰਨਿੰਗ। ਟ੍ਰਾਂਸਫਰ ਅਰਨਿੰਗ ਦੇ ਵਿੱਚ 올ਡ ਏਜ ਪੈਨਸ਼ਨ ਹੋ ਸਕਦੀ ਹੈਗੀ ਆ, ਸਕਾਲਰਸ਼ਿਪ ਹੋ ਸਕਦਾ ਹੈਗਾ ਜਾਂ ਕੋਈ ਪਾਕਟ ਅਲਾਊਂਸ ਹੋ ਸਕਦਾ ਹੈਗਾ। ਇਹ ਬਿਨਾਂ ਕੰਮ ਕੀਤਿਆਂ ਹੀ ਮਿਲਦੇ ਹਨ। ਜਿਸ ਤਰ੍ਹਾਂ ਸਾਡੇ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਵੀ ਇਹ ਸਕੀਮ ਸ਼ੁਰੂ ਕੀਤੀ ਹੈ ਕਿ ਕਿਸਾਨਾਂ ਨੂੰ 4 ਮਹੀਨਿਆਂ ਬਾਅਦ 2000 ਰੁਪਈਆ ਜਿਹੜਾ ਦਿੱਤਾ ਜਾਣਾ ਉਹ ਬਿਨਾਂ ਕੰਮ ਕੀਤਿਆਂ ਦਿੱਤਾ ਜਾਂਦਾ ਆ। ਇਟ ਇਜ਼ ਨਾਟ ਏ ਪਾਰਟ ਆਫ ਨੈਸ਼ਨਲ ਇਨਕਮ ਤੇ ਇਸ ਨੂੰ ਅਸੀਂ ਐਡ ਨੈਸ਼ਨਲ ਇਨਕਮ 'ਚ ਨਹੀਂ ਕਰਨਾ। ਪ੍ਰੋਫਿਟ ਲਾਈਕ ਕੋਆਪਰੇਟਿਵ ਟੈਕਸ, ਡਿਵੀਡੈਂਡ ਐਂਡ ਅਨਡਿਸਟ੍ਰੀਬਿਊਟਡ ਪ੍ਰੋਫਿਟ। ਅਗਰ ਪ੍ਰੋਫਿਟ ਦਾ ਜਿਹੜਾ ਹੈਗਾ ਮਦ ਦਿੱਤੀ ਗਈ ਹੈਗੀ ਆ ਤੇ ਨਾਲ ਇਹ ਵੀ ਜਿਹੜੀਆਂ ਮਦਾਂ ਮੈਂ ਬੋਲੀਆਂ ਕੋਆਪਰੇਟਿਵ ਟੈਕਸ, ਡਿਵੀਡੈਂਡ ਤੇ ਅਨਡਿਸਟ੍ਰੀਬਿਊਟਡ ਪ੍ਰੋਫਿਟ ਥੀਸ ਆਰ ਦਾ ਪਾਰਟ ਆਫ ਪ੍ਰੋਫਿਟ। ਤਾਂ ਇਹਨਾਂ ਦੇ ਵਿੱਚੋਂ ਸਿਰਫ ਤੇ ਸਿਰਫ ਅਸੀਂ ਪ੍ਰੋਫਿਟ ਹੀ ਲਵਾਂਗੇ। ਜੇ ਪ੍ਰੋਫਿਟ ਨਹੀਂ ਦਿੱਤਾ ਗਿਆ ਤੇ ਫਿਰ ਕੋਆਪਰੇਟਿਵ ਟੈਕਸ, ਡਿਵੀਡੈਂਡ ਤੇ ਅਨਡਿਸਟ੍ਰੀਬਿਊਟਡ ਪ੍ਰੋਫਿਟ ਜਿਹੜਾ ਤਿੰਨਾਂ ਨੂੰ ਜੋੜ ਕੇ
प्रॉफिट फाइंड आउट किया जाऊगा तो फिर असी उसनूं लवांगे नैशनल इनकम अकाउंटिंग। नैक्सट है इनकम फ्रॉम सैकंड हैंड गुड्स। सैकंड हैंड गुड्स अगर कोई बेची जाती हैगी आ तो उसकी इनकम जिहड़ी हैगी आ करंट ईयर दे विच नहीं पाउणी, क्योंकि ये जदों बणीਆਂ सीगियां उस वेले नैशनल इनकम अकाउंटिंग दे विच इन्हां नूं काउंट कर लिया सी। हाँ, इन्हां नूं बेचण लई अगर कोई कमीशन एजेंट कमीशन लैंदा आ तो ਉਹਦੀ इनकम हैगी आ। कमीशन जिहड़ा हैगा इज टेकन बाय द कमीशन एजेंट दैट शुड बी एडेड इन नैशनल अकाउंटिंग ते उस दे विच नैशनल इनकम अकाउंटिंग दे विच इस नूं ऐड करना। इंप्यूटेड रेंट फॉर सैल्फ ऑक्यूपाइड हाउस, चाहे साडा अपना घर है चाहे किराए ते आ, उसका जिहड़ा रेंट हैगा किन्ना हैगा दैट शुड बी एडेड इन नैशनल इनकम अकाउंटिंग। सेल ऑफ शेयर एंड बॉन्ड आर नॉट एडेड। बॉन्ड ते शेयर जिहड़े हैगे आ किसी किस्म की जिहड़ी हैगी आ इनकम जिहड़ी हैगी जनरेट नहीं करते, इस करके इन्हां नूं भी असी नैशनल इनकम अकाउंटिंग दे विच नहीं लैना। नैक्सट है विंडफॉल गेन लाइक लॉटरी या फिर कैपिटल गेन हो सकता, तो दैट शुड नॉट बी इनकलूडिड इन नैशनल इनकम अकाउंटिंग। उस तो बाद इलीगल एक्टिविटी हैगियां, अगर कोई इलीगल एक्टिविटी दे नाल पैसे जिहड़े हैगे आ कोई कमाउंदा हैगा आ काला धंधा करदा आ ते उस पैसे नूं भी दिस इज नॉट ए पार्ट ऑफ नैशनल इनकम। नैक्सट है गिफ्ट टैक्स वैल्थ टैक्स विच आर पेड not out of current income but out of past saving and should not be included in the national income accounting। तो ये कुछ गल्लां जिहड़ियां हैगियां you have to bear in mind while calculating the national income by income method। तो इस नूं ध्यान दे विच रखते हुए ही प्रैक्टिकल प्रॉब्लम ਜਾਂ numerical problems जिहड़ियां हन उन्हां नूं असीं करना हैगा आ। किहड़ियां चीज़ां असीं ऐड करनियां किहड़ियां नहीं ऐड करनियां ਉਹਦੇ बारे तुहानूं मैं दस दिता। हो सकता तुहानूं ये जिहड़ा वीडियो आ किस तरह का लग रहा, किसी का भी हाले तक मैनूं रिस्पॉन्स नहीं आया, तो प्लीज़ अपना रिस्पॉन्स जिहड़ा आ भेजदे रहा करो ताकि मैनूं भी पता लग सके कि तुसीं पढ़ रहे हैं, ध्यान दे नाल देख रहे हैं, सुन रहे हैं ते अपनी तैयारी जिहड़ी हैगी आ पेपरां दी नाल नाल करी चलो। ते क्योंकि क्लासां जिहड़ियां आ हाले लगण दी संभावना नहीं हैगी, तो चलो जिस तरह का भी है इस मौके के हिसाब नाल तुहाडी पढ़ाई दे विच किसी किस्म का विघन नहीं होना चाहिए। थैंक यू एंड हैव ए नाइस डे।